जनाब मुल्क के सियासी मंजरनामे के उत्ते मुफाहमत मुज़ाकरात मिल बैठन ते एक दूजे नाल रल के सलाह मशवरे की जिहड़ी ये गल्लां फिर तो सुनन तो आ रही सानूं। ये गल्लां क्यों होईयां? असीं तां मुद्दत तो वेखण डए हाँ कि जोंदी है असैंबली आई यानी 5-6 महीने तो हो गए ने ते एक कशीदगी खिच धरू सियासी इंतकाम और फड़ लो दियां सारियां आवाज़ां आउंदियां रहियां ने। बल्कि असैंबली ਦੇ ਵਿੱਚ ਐਸੀਆਂ ਗਾਲਾਂ ਵੀ ਸਾਨੂੰ ਸੁਣਨ ਤੋਂ ਮਿਲੀਆਂ ਜਿਨ੍ਹਾਂ ਦੀ ਅਸੀਂ ਤੋਕੋ ਨਹੀਂ ਕਰਦੇ ਪਏ ਆਪਣੇ ਨੁਮਾਇੰਦਿਆਂ ਤੋਂ। ਤੇ ਇਹ ਸਾਰੇ ਮਾਹੌਲ ਦੇ ਵਿੱਚ ਅਚਾਨਕ ਤੋਂ ਬਿਲਕੁਲ ਇਹ ਮੁਫਾਹਮਤ ਦੀ ਗੱਲ, ਮੁਜ਼ਾਕਰਾਤ ਦੀ ਗੱਲ ਇਹ ਕਿਉਂ ਹੋਣੀ ਸ਼ੁਰੂ ਹੋ ਗਈ? ਇਹਦੀ ਪਿੱਛੇ ਜਿਹੜੇ ਮਾਹਿਰੀਨ ਨੇ ਉਹ 2-3 ਗੱਲਾਂ ਦੱਸਦੇ ਨੇ। ਉਹ ਕਹਿੰਦੇ ਨੇ ਇੱਕ ਤਾਂ ਇਹ ਗੱਲ ਹੈ ਕਿ ਮੁਲਕ ਦੀ ਹੁਣ ਮਈਸ਼ਤ ਜਿਹੜੀ ਇਹ ਇਹਦਾ ਪੱਠਾ ਬਹਿ ਗਿਆ ਔਰ ਇਹ ਪੱਠਾ ਇਸ ਵਾਸਤੇ ਬੈਠਾ ਹੈ ਕਿ ਸਿਆਸੀ ਇਸਤਹਿਕਾਮ ਨਹੀਂ ਹੈਗਾ। ਸਿਆਸੀ ਇਸਤਹਿਕਾਮ ਦੀ ਵਜ੍ਹਾ ਲੱਭਣ ਨੂੰ ਜਦੋਂ ਲੋਕ ਟੁਰਦੇ ਨੇ ਤੇ ਫਿਰ ਹਕੂਮਤ ਔਰ ਤਹਿਰੀਕੇ ਇਨਸਾਫ ਦੇ ਜਿਹੜੇ ਤਾਲੁਕਾਤ ਨੇ, ਹਕੂਮਤ ਸਟੈਬਲਿਸ਼ਮੈਂਟ ਔਰ ਤਹਿਰੀਕੇ ਇਨਸਾਫ ਦੀ ਜਿਹੜੀ ਤਕੋਨ ਹੈ ਇਹਦੇ ਵਿੱਚ ਸਾਨੂੰ ਮਸਾਇਲ ਨਜ਼ਰ ਆਉਂਦੇ ਨੇ। ਤੇ ਉਹਨਾਂ ਦਾ ਇਹ ਖਿਆਲ ਹੈ ਕਿ ਅਗਰ ਇਹ ਫਰੀਕ ਜਿਹੜੇ ਨੇ ਬਹਿ ਕੇ ਆਪਣੇ ਮਸਾਇਲ ਜਿਹੜੇ ਨੇ ਉਹ ਹੱਲ ਕਰ ਲੈਣ, ਇਖਤਲਾਫ ਖਤਮ ਕਰ ਲੈਣ ਤੇ ਫਿਰ ਮੁਲਕ ਦੇ ਵਿੱਚ ਸਿਆਸੀ ਇਸਤਹਿਕਾਮ ਆਏਗਾ। ਔਰ ਸਿਆਸੀ ਇਸਤਹਿਕਾਮ ਆਉਣ ਤੋਂ ਬਾਅਦ ਕੀ ਹੋਵੇਗਾ? ਉਸ ਤੋਂ ਬਾਅਦ ਇਹ ਹੋਵੇਗਾ ਕਿ ਜਿਹੜੇ ਸਾਨੂੰ ਮਈਸ਼ਤ ਬਹਾਲ ਕਰਨ ਵਾਸਤੇ ਫੈਸਲਿਆਂ ਦੀ ਲੋੜ ਹੈ ਉਹਨਾਂ 'ਚ ਇਤਫਾਕੇ ਰਾਏ ਆ ਜਾਏਗਾ। ਫਿਰ ਜਿਹੜੇ ਮੁਲਕ ਨੇ ਸਾਡੇ ਦੋਸਤ ਮੁਲਕ ਨੇ, ਚੀਨ ਹੋ ਗਿਆ, ਸਾਊਦੀ ਅਰਬ ਹੋ ਗਿਆ, UAE ਹੋ ਗਿਆ, ਕਤਰ ਹੋ ਗਿਆ, ਇਹ ਜਿਹੜਾ ਮਾਹੌਲ ਸਾਡੇ ਕੋਲ ਮੰਗਣ ਡਏ ਨੇ ਉਹਦੇ ਵੀ ਤਕਾਜ਼ੇ ਪੂਰੇ ਹੋ ਜਾਣਗੇ ਤੇ ਇਸ ਵਾਸਤੇ ਇਹ ਗੱਲ ਕਰਨ ਦੀ ਲੋੜ ਪਈ। ਅੱਛਾ, ਇਹ ਗੱਲ ਇਸ ਤੋਂ ਪਹਿਲੇ ਕਿਉਂ ਨਹੀਂ ਹੋਈ? ਵਜ਼ੀਰ ਆਜ਼ਮ ਜਿਹੜੇ ਨੇ ਉਹ 2 ਦਫਾ ਸਾਊਦੀ ਅਰਬ ਗਏ, ਸਾਊਦੀ ਵਫਦ ਵੀ ਇੱਥੇ ਆਇਆ, ਫਿਰ ਵਜ਼ੀਰ ਆਜ਼ਮ UAE ਵੀ ਗਏ। ਦੋਵੇਂ ਦਫਾ ਜਿਹੜੇ ਉਹਨਾਂ ਦੇ ਪ੍ਰੈਸ ਰਿਲੀਜ਼ਸ ਜਾਰੀ ਕੀਤੀਆਂ ਗਈਆਂ ਉਹਦੇ ਵਿੱਚ ਬੜੀ ਉਮੀਦ ਦਿੱਤੀ ਗਈ ਕਿ ਇੰਨੇ ਅਰਬ ਡਾਲਰ ਦੇ ਸਾਨੂੰ ਮੁਆਹਦੇ ਹੋ ਰਹੇ ਨੇ, MOU ਸਾਈਨ ਹੋਏ ਨੇ ਔਰ ਇਨਵੈਸਟਮੈਂਟ ਆ ਰਹੀ, ਲੋਕਾਂ ਨੂੰ ਉਮੀਦ ਦਵਾਈ ਗਈ। ਫਿਰ ਵਜ਼ੀਰ ਆਜ਼ਮ ਜਦੋਂ ਐਸੇ ਮਹੀਨੇ ਗਏ ਨੇ ਚੀਨ ਤੇ 5 ਦਿਨ ਦਾ ਦੌਰਾ ਸੀ, ਉਸ ਦੌਰੇ ਦੇ ਵਿੱਚ ਵੀ ਬਹੁਤ ਸਾਰੇ ਮਸਾਇਲ ਜਿਹੜੇ ਸਨ ਉਹ ਹੱਲ ਹੋਣ ਦੀ ਉਮੀਦ ਸਾਨੂੰ ਪੈਦਾ ਹੋਈ ਔਰ ਲੱਗਾ ਕਿ ਇੱਕ ਦਫਾ ਜਿਵੇਂ ਇਹ ਸਾਰੀ ਇਨਵੈਸਟਮੈਂਟ ਇੱਥੇ ਆਏਗੀ ਔਰ ਪਾਕਿਸਤਾਨ ਦੇ ਮਸਾਇਲ ਹੱਲ ਹੋ ਜਾਣਗੇ, ਲੇਕਿਨ ਉਹ ਨਹੀਂ ਹੋਏ। ਤੇ ਉਹ ਇਹੀ ਹੋਇਆ ਕਿ ਉਲਟਾ ਸਾਡੇ ਸਿਕਿਉਰਿਟੀ ਦੇ ਮਾਮਲਾਤ ਦੇ ਉੱਤੇ ਸਾਡੇ ਸਾਹਮਣੇ ਤਸ਼ਵੀਸ਼ ਰੱਖੀ ਗਈ ਔਰ ਖਦਸ਼ਾਤ ਦਾ ਇਜ਼ਹਾਰ ਹੋਇਆ ਕਿ ਜਨਾਬ ਇਹ ਦੂਰ ਕਰੋ ਮਾਮਲਾਤ ਤੇ ਫਿਰ ਅਸੀਂ ਇੱਥੇ ਆ ਕੇ ਇਨਵੈਸਟਮੈਂਟ ਕਰਨੇ। ਅੱਛਾ, ਜਦੋਂ ਉਹਦੇ ਅਜ਼ਾਲੇ ਵਾਸਤੇ ਇੱਥੇ ਆਪਰੇਸ਼ਨ ਅਜ਼ਮ ਇਸਤਹਿਕਾਮ ਦੇ ਫੈਸਲਾ ਕੀਤਾ ਗਿਆ ਤੇ ਫਿਰ ਇਹਦੇ ਵਿੱਚ ਸਿਆਸੀ ਮਾਮਲਾਤ ਵੀ ਆ ਗਏ। ਤਹਿਰੀਕੇ ਇਨਸਾਫ ਨੂੰ ਚੂੰਕਿ ਉਹਨਾਂ ਇਲਾਕਿਆਂ ਦੇ ਵਿੱਚ ਭਰਪੂਰ ਮੈਂਡੇਟ ਹਾਸਲ ਹੈ ਜਿੱਥੇ ਆਪਰੇਸ਼ਨ ਦਾ ਫੈਸਲਾ ਕੀਤਾ ਗਿਆ ਤੇ ਉਹਨੇ ਮੁਖਾਲਫਤ ਕਰ ਦਿੱਤੀ ਤੇ ਇਹ ਮੁਖਾਲਫਤ ਇੰਨੀ ਭਰਪੂਰ ਹੋਈ ਅਵਾਮੀ ਸਤ੍ਹਾ ਦੇ ਉੱਤੇ ਵੀ ਔਰ ਜਿਹੜੀਆਂ ਇਹਨਾਂ ਇਲਾਕਿਆਂ ਦੀਆਂ ਖੈਬਰ ਪਖਤੂਨਖਵਾ ਔਰ ਬਲੂਚਿਸਤਾਨ ਦੇ ਵਿੱਚ ਤਹਿਰੀਕੇ ਇਨਸਾਫ ਤੋਂ ਇਲਾਵਾ ਮੈਂਡੇਟ ਥੋੜ੍ਹਾ ਬਹੁਤ ਰੱਖਣ ਵਾਲੀਆਂ ਵੀ ਪਾਰਟੀਆਂ ਨੇ, ਉਹਨਾਂ ਵੀ ਇਸ ਮਾਮਲੇ ਤੇ ਤਹਿਰੀਕੇ ਇਨਸਾਫ ਦੇ ਮੌਕਫ ਨੂੰ ਸਰਾਇਆ ਔਰ ਹਮਾਇਤ ਕੀਤੀ। ਇਹਦੇ ਨਾਲ ਇਹ ਬਿਲਕੁਲ ਇੱਕ ਅਲੱਗ ਯੂਨਿਟ ਬਣ ਗਿਆ ਪੋਲੀਟੀਕਲ ਓਪੀਨੀਅਨ ਦਾ ਔਰ ਮੁਲਕੀ ਫੈਸਲਿਆਂ ਦੇ ਹਵਾਲੇ ਨਾਲ। ਇਹ ਉਹ ਜਮਾਤਾਂ ਨੇ ਜਿਹੜੀਆਂ ਇਕਤਦਾਰ ਦੇ ਵਿੱਚ ਨਹੀਂ ਆਈਆਂ ਤੇ ਜਦੋਂ ਇਹਨਾਂ ਦਾ ਫੈਸਲਾ ਇੰਨਾ ਸਟਰੋਂਗ ਹੋ ਕੇ ਸਾਹਮਣੇ ਆਇਆ ਤੇ ਫਿਰ ਹਕੂਮਤ ਨੂੰ ਲੋੜ ਪਈ ਕਿ ਇਹਨਾਂ ਨਾਲ ਗੱਲ ਕਰੇ ਤੇ ਇਹ ਗੱਲ ਪਹਿਲੇ ਜਿਹੜੀ ਇਹ ਹੋਰ ਤਰ੍ਹਾਂ ਹੁੰਦੀ ਰਹੀ। ਇਸ ਦਫਾ ਜਿਹੜੀ ਇਹ ਗੱਲ ਕਰਨ ਦਾ ਤਰੀਕਾ ਸੀ ਉਹ ਬਦਲਣਾ ਪਿਆ ਫਿਰ ਹਕੂਮਤ ਨੂੰ ਔਰ ਇਹੀ ਵਜ੍ਹਾ ਹੈ ਕਿ ਵਜ਼ੀਰ ਆਜ਼ਮ ਕੌਮੀ ਅਸੈਂਬਲੀ ਦੇ ਵਿੱਚ ਖੁਦ ਚੱਲ ਕੇ ਗਏ ਉਮਰ ਅਯੂਬ ਸਾਹਿਬ ਦੇ ਡੈਸਕ ਦੇ ਉੱਤੇ ਜਿੱਥੇ ਅਸਦ ਕੈਸਰ ਵੀ ਸਨ ਔਰ ਉਹਨਾਂ ਨੇ ਗੱਲ ਕੀਤੀ। ਇਹ ਅਗਰਚੇ ਸਰਸਰੀ ਗੱਲ ਥੋੜ੍ਹੀ ਜਿਹੀ ਗੱਲ ਸੀ, ਲੇਕਿਨ ਮਾਹਿਰੀਨ ਦਾ ਖਿਆਲ ਹੈ ਕਿ ਇਹ ਐਡਾ ਸੌਖਾ ਨਹੀਂ ਹੈਗਾ ਕੰਮ। ਸੌਖਾ ਇਸ ਵਾਸਤੇ ਨਹੀਂ ਕਿ ਜਿਹੜੇ ਮੁਤਾਲਬੇ ਰੱਖੇ ਵਜ਼ੀਰ ਆਜ਼ਮ ਨੇ ਔਰ ਜਿਹੜੇ ਜਵਾਬੀ ਮੁਤਾਲਬੇ ਰੱਖੇ ਨੇ ਤਹਿਰੀਕੇ ਇਨਸਾਫ ਨੇ, ਉਹ ਦੋਵੇਂ ਬੜੇ ਉਹਨਾਂ 'ਚ ਹਮਾਂਗੀ ਪੈਦਾ ਕਰਨਾ ਔਖਾ ਕੰਮ ਹੈ। ਵਜ਼ੀਰ ਆਜ਼ਮ ਨੇ ਕਿਹਾ ਕਿ ਤੁਸੀਂ ਜਨਾਬ ਸਾਡੇ ਨਾਲ ਮਿਲ ਕੇ ਬੈਠੋ, ਜੇ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚ ਕੋਈ ਮਸਾਇਲ ਨੇ ਤਾਂ ਉਹਨਾਂ ਦੇ ਉੱਤੇ ਵੀ ਗੱਲ ਕਰਨੇ ਹੈ। ਯਾਨੀ ਉਹਨਾਂ ਦਾ ਮਕਸਦ ਹੈ ਕਿ ਸਿਰਫ ਇਮਰਾਨ ਖਾਨ ਦੇ ਜੇਲ੍ਹ ਦੇ ਮੁਕੱਦਮਾਤ ਜਿਹੜੇ ਨੇ ਉਹ ਖਤਮ ਕੀਤੇ ਜਾਣ ਜਾਂ ਰਿਲੀਫ ਦਿੱਤਾ ਜਾਵੇ ਤੇ ਉਹ ਸਾਡੇ ਨਾਲ ਉਹਦੇ ਬਦਲੇ ਗੱਲ ਕਰ ਲੈਣ। ਤਹਿਰੀਕੇ ਇਨਸਾਫ ਦੇ ਜਿਹੜੇ ਰਹਿਨੁਮਾ ਸਨ ਉਹਨਾਂ ਨੇ ਇਹ ਕਿਹਾ ਵੇ ਕਿ ਇਮਰਾਨ ਖਾਨ ਔਰ ਬਾਕੀ ਜਿੰਨੇ ਕੈਦੀ ਨੇ ਉਹਨਾਂ ਦੀ ਰਿਹਾਈ ਇਹ ਜਿਹੜੀ ਇਹ ਕੀਤੀ ਜਾਵੇ। ਫਿਰ ਮੈਂਡੇਟ ਦੀ ਵਾਪਸੀ
ਮੈਂਡੇਟ ਦੀ ਵਾਪਸੀ ਦਾ ਮਤਲਬ ਹੈ ਵੀ ਕਿ ਉਹ ਕਹਿੰਦੇ ਨੇ ਕਿ ਸਾਡੀਆਂ 125 ਦੇ ਕਰੀਬ 130 ਦੇ ਕਰੀਬ ਨਸ਼ਿਸਤਾਂ ਨੇ ਕੌਮੀ ਅਸੈਂਬਲੀ ਦੀਆਂ, ਉਹ ਪੂਰੀਆਂ ਕੀਤੀਆਂ ਜਾਣ। ਅੱਛਾ, ਇਹਦਾ ਮਤਲਬ ਇਹ ਹੋਵੇਗਾ ਕਿ ਕੌਮੀ ਅਸੈਂਬਲੀ ਦੇ ਵਿੱਚ ਜਿਹੜੀ ਹਕੂਮਤ ਬਦਲਣ ਦੇ ਵੀ ਚਾਂਸਿਸ ਹੋ ਸਕਦੇ ਨੇ। ਤੇ ਇਹ ਮੁਤਾਲਬਾ ਪੂਰਾ ਕਰਨਾ ਕਿੰਨਾ ਕੁ ਆਸਾਨ ਜਾਂ ਕਿੰਨਾ ਕੁ ਮੁਸ਼ਕਲ ਹੋਏਗਾ, ਇਹਦੇ ਵਾਸਤੇ ਜਿਹੜੇ ਗੈਰ ਜਾਨਬਦਾਰ ਮਾਹਿਰੀਨ ਨੇ ਉਹ ਇਹ ਜਾਇਜ਼ਾ ਲੈ ਰਹੇ ਨੇ ਕਿ ਵਜ਼ੀਰ ਆਜ਼ਮ ਕੋਲ ਕਿੰਨਾ ਕੁ ਇਖਤਿਆਰ ਹੈਗਾ ਵੇ ਇਹਨਾਂ ਮਾਮਲਿਆਂ ਦੇ ਉੱਤੇ PTI ਨੂੰ ਯਕੀਨ ਦਹਾਨੀ ਕਰਾਉਣ ਦਾ। ਕਿ ਵਜ਼ੀਰ ਆਜ਼ਮ ਅੱਜ ਅਗਰ ਕਹਿੰਦੇ ਨੇ ਕਿ ਇਮਰਾਨ ਖਾਨ ਔਰ ਉਹਨਾਂ ਦੇ ਸਾਥੀਆਂ ਦੇ ਉੱਤੇ ਮੁਕੱਦਮਾਤ ਖਤਮ ਕੀਤੇ ਜਾਣ ਜਾਂ ਉਹਨਾਂ ਨੂੰ ਰਿਲੀਫ ਦਿੱਤਾ ਜਾਵੇ, ਤੇ ਕੀ ਉਹ ਕਰ ਸਕਣਗੇ? 3-4 ਦਿਨ ਪਹਿਲੇ ਸ਼ੁਰੂ ਹੋਇਆ ਸਿਲਸਿਲਾ। ਰਾਣਾ ਸਨਾਉੱਲਾ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਅਸੀਂ ਇਮਰਾਨ ਖਾਨ ਅਗਰ ਬਾਹਰ ਆ ਜਾਂਦਾ ਤੇ ਕਿਹੜਾ ਮਸਲਾ ਹੋ ਜਾਏਗਾ ਚੰਦ ਦਿਨਾਂ 'ਚ। ख्वाजा आसफ ने भी ਇਹੋ ਜਿਹੀ ਗੱਲ ਕੀਤੀ ਔਰ ਫਿਰ ਵਜ਼ੀਰ ਆਜ਼ਮ ਨੇ ਗੱਲ ਕਰਨ ਤੋਂ ਪਹਿਲੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਵੀ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਇਮਰਾਨ ਖਾਨ ਬਾਹਰ ਆ ਜਾਏ ਤੇ ਫਿਰ ਮਸਾਇਲ ਅਸੀਂ ਮਿਲ ਜੁਲ ਕੇ ਹੱਲ ਕਰ ਲਈ। ਅੱਛਾ, ਇਹ ਜਿਹੜੇ ਬਿਆਨਾਂ ਸਨ ਇਹਨਾਂ ਨੂੰ ਗੈਰ ਮਾਮੂਲੀ ਅਹਿਮੀਅਤ ਦਿੱਤੀ ਗਈ, ਦੇਣੀ ਵੀ ਚਾਹੀਦੀ ਸੀ। ਜਿਹੜਾ ਮਾਹੌਲ ਸਾਡਾ ਅਸੀਂ ਵੇਖਣ ਡਏ ਹਾਂ ਔਰ ਉਹਦੇ ਵਿੱਚ ਲੋਕਾਂ ਨੇ ਇਹਦੇ 'ਤੇ YouTube ਦੇ ਉੱਤੇ ਵੀ ਗੱਲਬਾਤ ਕੀਤੀ, TV ਪ੍ਰੋਗਰਾਮ ਵੀ ਹੋਏ, ਲੇਕਿਨ ਬਹੁਤ ਸਾਰੇ ਜਿਹੜੇ ਤਜਜ਼ੀਏ ਹੁੰਦੇ ਨੇ ਕਿਸੇ ਗੱਲਬਾਤ ਦੇ, ਉਹ ਸਿਰਫ ਰੌਲੇ ਦੇ ਵਿੱਚ ਨਹੀਂ ਹੁੰਦੇ। ਇੱਥੇ ਰੌਲਾ ਪਾ ਕੇ ਗੱਲ ਨੂੰ ਉਲਝਾ ਦਿੱਤਾ ਜਾਂਦਾ ਹੈ। ਗੱਲ ਬੜੀ ਸਿੱਧੀ ਹੈ। ਗੱਲ ਇਹ ਵੇ ਕਿ ਤਹਿਰੀਕੇ ਇਨਸਾਫ ਸਾਰਾ ਕੁਝ ਜੋ ਉਹਦੇ ਖਿਲਾਫ ਹੋਇਆ ਉਹਦਾ ਰਿਵਰਸ ਮੰਗਣ ਡਈ, ਉਹ ਰਿਵਰਸ ਹੋਵੇ ਔਰ ਉਹ ਪਹਿਲੇ ਵਾਲੀ ਪੋਜੀਸ਼ਨ ਜਿਹੜੀ ਉਹਦੀ ਹੈਗੀ ਸੀ ਉਹ ਹੋਵੇ। ਯਾਨੀ ਉਹਦੇ ਵਿੱਚ 9 ਮਈ ਵੀ ਸ਼ਾਮਿਲ ਹੈ ਕਿ 9 ਮਈ ਦੇ ਵਾਕਿਆਤ ਜਿਹੜੇ ਉਹਦੇ 'ਤੇ ਲੇਬਲ ਕੀਤੇ ਗਏ ਜਾਂ ਜਿਹੜੇ ਨੂੰ ਉਹ ਸਮਝਿਆ ਜਾਂਦਾ ਹੈ ਕਿ ਉਹ ਜ਼ਿੰਮੇਦਾਰ ਸੀ, ਉਹ ਵੀ ਖਤਮ ਕੀਤਾ ਜਾਵੇ। ਇਹ ਮਾਮਲਾ ਕਿੰਨਾ ਆਸਾਨ ਹੈ ਇਹਦਾ ਤੁਸੀਂ ਆਪੇ ਅੰਦਾਜ਼ਾ ਕਰ ਲਓ ਕਿ ਅਗਰ ਇਹ ਰਿਵਰਸ ਹੁੰਦਾ ਹੈ ਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਰਿਵਰਸ ਹੋਣਗੀਆਂ। ਅੱਛਾ, ਅਦਾਲਤ ਦੀ ਜਿਹੜੀ ਸਾਖ ਹੈਗੀ ਉਹ ਵੀ ਦਾਅ 'ਤੇ ਲੱਗੀ ਹੋਵੇਗੀ ਕਿ ਅਗਰ ਐਡੀ ਆਸਾਨੀ ਨਾਲ ਇਹ ਮੁਕੱਦਮਾਤ ਵਾਪਸ ਹੋ ਜਾਂਦੇ ਨੇ ਤੇ ਸਾਡਾ ਪੂਰਾ ਜੁਡੀਸ਼ੀਅਲ ਸਿਸਟਮ ਜਿਹੜਾ ਹੈ ਇਹ ਮੁਕੱਦਮਾਤ ਚਲਾ ਰਿਹਾ ਸੀ, ਜੱਜਾਂ ਦੇ ਖਤ ਆ ਰਹੇ ਸਨ, ਸਿਕਿਉਰਿਟੀ ਦੇ ਹਵਾਲੇ ਨਾਲ ਆਪਣੇ ਤਹਫਜ਼ਾਤ ਜ਼ਾਹਿਰ ਕਰ ਰਹੇ ਸੀ, ਤੇ ਉਹ ਫਿਰ ਕਿੱਧਰ ਜਾਣਗੇ? ਕਿ ਉਹ ਫਿਰ ਖਾਮੋਸ਼ ਹੋ ਜਾਣਗੇ? ਉਹ ਇਸਲਾਹ ਦਾ ਅਮਲ ਨਹੀਂ ਹੋਏਗਾ। ਇਹ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਰੌਲੇ ਦਰਮਿਆਨ ਦੇ ਵਿੱਚ ਆ ਚੁੱਕੇ ਨੇ ਔਰ ਇਹਨਾਂ ਸਾਰਿਆਂ ਨੂੰ ਖਤਮ ਉਦੋਂ ਹੀ ਕੀਤਾ ਜਾਂਦਾ ਜੋ ਸਾਰੇ ਫਰੀਕ ਬਹਿ ਕੇ ਆਪਣੀ ਆਪਣੀ ਪੋਜੀਸ਼ਨ ਤੋਂ ਪਿੱਛੇ ਜਾਣ ਦੀ ਗੱਲ ਕਰਨਗੇ। ਕੋਈ ਇੱਕ ਫਰੀਕ ਅਗਰ ਪਿੱਛੇ ਹੁੰਦਾ ਹੈ ਤੇ ਇਹ ਫਿਰ ਮਸਲਾ ਹੱਲ ਨਹੀਂ ਹੋਏਗਾ, ਸਾਰਿਆਂ ਨੂੰ ਪਿੱਛੇ ਜਾਣਾ ਪਏਗਾ। ਉਹਦੇ ਵਿੱਚ ਐਸਟੈਬਲਿਸ਼ਮੈਂਟ ਵੀ ਸ਼ਾਮਿਲ ਹੈ, ਉਹਦੇ 'ਚ ਹਕੂਮਤ ਵੀ ਸ਼ਾਮਿਲ ਹੈ, ਉਹਦੇ ਤਹਿਰੀਕ ਇਨਸਾਫ ਵੀ ਸ਼ਾਮਿਲ ਹੈ, ਤੇ ਫਿਰ ਜਾ ਕੇ ਜਨਾਬ ਇਹ ਮਾਮਲਾ ਜਿਹੜਾ ਉਹ ਸੁਧਰਦਾ। ਤੇ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ, ਜਿਹੜੀਆਂ ਅੱਗੇ ਚੈਲੰਜ ਹੈਗਾ ਵੇ, ਜਿਹਦੀ ਬਿਨਾਂ ਤੋਂ ਅਸੀਂ ਇਸ ਸਿਆਸੀ ਪੇਸ਼ਰਫਤ ਤੋਂ ਕੋਈ ਚੰਗੀ ਉਮੀਦ ਵੀ ਕਰ ਸਕਨੇ। ਉਹ ਇਹ ਹੈ ਕਿ ਮੁਲਕ ਦੇ ਵਿੱਚ ਮਿਸਾਕੇ ਮਈਸ਼ਤ ਦੀ ਲੋੜ ਹੈਗੀ। ਮਈਸ਼ਤ ਦਾ ਸਾਡੇ ਬੁਰਾ ਹਾਲ ਹੋ ਗਿਆ। ਜਿੰਨੀ ਕੁ ਖਰਾਬੀ ਤੁਸੀਂ ਸਮਝਦੇ ਜੇ ਨਾ, ਉਸ ਤੋਂ ਵੀ ਉਹਨੂੰ ਜ਼ਰਬ ਦੇ ਦਿਓ 100 ਦੇ ਨਾਲ, ਤੇ ਫਿਰ ਇੰਨੀ ਖਰਾਬ ਮਈਸ਼ਤ ਸਾਡੀ ਹੋ ਚੁੱਕੀ। ਤੇ ਉਹ ਮਈਸ਼ਤ ਨੂੰ ਬਹਾਲੀ ਵਾਸਤੇ ਇੱਕ ਮਿਸਾਕ ਦੀ ਜ਼ਰੂਰਤ ਹੈ ਜਿਹਦੇ 'ਚ ਸਾਰੀਆਂ ਜਮਾਤਾਂ ਦੀ ਹਮਾਇਤ ਸ਼ਾਮਿਲ ਹੋਵੇ। ਫਿਰ ਦਹਿਸ਼ਤਗਰਦੀ ਦਾ ਜਿਹੜਾ ਮਾਮਲਾ ਹੈ ਉਹ ਮੁਲਕ ਦੇ ਵਾਸਤੇ ਬਹੁਤ ਵੱਡੇ ਖਤਰਾਤ ਦਾ ਸਲਾਮਤੀ ਦਾ ਮਸਲਾ ਬਣ ਚੁੱਕਿਆ। ਤੇ ਦਹਿਸ਼ਤਗਰਦੀ ਦੇ ਹਵਾਲੇ ਨਾਲ ਜਿਹੜੀ ਤਕਸੀਮ ਆ ਗਈ ਹੈ ਸਾਡੇ ਵਿੱਚ ਸਮਾਜੀ ਤੇ ਸਿਆਸੀ ਸਤ੍ਹਾ ਦੇ ਉੱਤੇ, ਉਹ ਵਾਲੀ ਤਕਸੀਮ ਖਤਮ ਕਰਨ ਵਾਸਤੇ ਵੀ ਸਾਨੂੰ ਇੱਕ ਦੂਸਰੇ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈਗੀ। ਫਿਰ ਇੱਕ ਮਾਮਲਾ ਉਹ ਵੇ ਕਿ ਜਿਹਨੂੰ ਆਮ ਤੌਰ 'ਤੇ ਸ਼ਾਇਦ ਹੁਣ ਅਸੀਂ ਡਿਸਕਸ ਕਰਨਾ ਹੀ ਭੁੱਲ ਗਏ, ਉਹ ਹੈਗਾ ਜਮਹੂਰੀਅਤ ਦਾ ਮੁਸਤਕਬਲ। ਕਿ ਇਸ ਮੁਲਕ ਦੇ ਵਿੱਚ ਜਮਹੂਰੀਅਤ ਦਾ ਮੁਸਤਕਬਲ ਕੀ ਹੋਵੇਗਾ, ਅਸੀਂ ਕਿਸ ਤਰ੍ਹਾਂ ਦੀ ਜਮਹੂਰੀਅਤ ਚਾਹੁੰਦੇ ਔਰ ਉਹ ਜਮਹੂਰੀਅਤ ਕਿੰਨੀ ਕੁ ਤਾਕਤਵਰ ਹੋਣੀ ਚਾਹੀਦੀ ਹੈ। ਇਹ ਵਾਲਾ ਜਿਹੜਾ ਮਾਮਲਾ ਹੈ ਇਹ ਸਿਆਸਤਦਾਨਾਂ ਨੂੰ ਬਹਿ ਕੇ ਹੱਲ ਕਰਨਾ ਹੈ। ਉਹ ਜਿਹੜਾ ਮਿਸਾਕੇ ਜਮਹੂਰੀਅਤ ਹੋਇਆ ਸੀ ਨਾ ਪਹਿਲੇ 2006 'ਚ ਲੰਡਨ ਦੇ ਵਿੱਚ ਬੇਨਜ਼ੀਰ ਭੁੱਟੋ ਸਾਹਿਬਾ ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਦਰਮਿਆਨ, ਉਹਦੇ ਨਾਲੋਂ ਜ਼ਿਆਦਾ ਤਾਕਤਵਰ ਇੱਕ ਮਿਸਾਕ ਦੀ ਸਾਨੂੰ ਜ਼ਰੂਰਤ ਹੈਗੀ ਜਮਹੂਰੀਅਤ ਦਾ ਮੁਸਤਕਬਲ ਮਹਿਫੂਜ਼ ਕਰਨ ਵਾਸਤੇ। ਤੇ ਇਹ ਜਨਾਬ ਹੈਗੇ ਸਨ ਜਿਹੜੀ ਪੇਸ਼ਰਫਤ ਮੁਜ਼ਾਕਰਾਤ ਦੀ, ਉਹਦੇ ਹਵਾਲੇ ਨਾਲ ਕੁਝ ਨੁਕਾਤ ਤੁਹਾਡੇ ਸਾਹਮਣੇ ਰੱਖੇ। ਤੇ ਉਮੀਦ ਹੈ ਕਿ ਸਾਡੇ ਨਾਲ ਜੁੜੇ ਰਹੋਗੇ, ਸਾਨੂੰ ਸ਼ੇਅਰ ਕਰਦੇ ਰਹੋਗੇ ਔਰ ਸਬਸਕ੍ਰਾਈਬ ਕਰਦੇ ਰਹੋਗੇ। ਜੀਂਦੇ ਰਹੋ, ਵਸਦੇ ਰਹੋ।